दुनिया विच बिंडियां दीयां 67 जातियां ने ते इस सारे परिवार नूं ग्राइलोटैलपिडी कहा जांदा है। पंजाब दे विच मिलण वालियां टिड्डियां दीयां दो किस्मां मशहूर ने, एक रुखां ते रहण वाले बिंडे ते दूजे धरती अंदर रहण वाले बिंडे। पर अज असीं गल करांगे धरती अंदर रहण वाले बिंडे दे बारे विच, जिस नूं अंग्रेजी विच मोल क्रिकेट आखदे। हर किसी ने बिंडे दी टी 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 दी कंन पाड़वी आवाज़ सुनी है? जे नहीं सुनी तो एक बार फिर सुनो, इस नाल तुहानूं पता लग जाएगा कि असीं किस बिंडे बारे गल कर रहे हैं। गुरु ग्रंथ साहिब जी की बाणी विच बिंडे नूं टींड कहा है। गुरु नानक साहिब जी हाड़ महीने का चित्रण करते हुए लिखते हैं कि इन्हां दिनां विच धरती सूरज की तपश नाल दुख सह रही हुंदी है। सूरज का रथ चक्कर लाउंदा है, कमज़ोर जिंद किते छां दा आसरा लैंदी है। बिंडा भी टी टी करदा है। रथ फिरै छाया धन ताकै, टीड लवै मंझ बारी। रथ फिरै छाया तन ताकै, टींड लवे मंझ बारे। मीणियां दी वार विच भाई गुरदास जी का शब्द है कि कपड़ियां दे ढेर ते बैठा बिंडा बजाज नहीं बन जांदा, जे खुथी बिंडा बहै क्यों होए बजाज। ਇਹ ਬਿੰਡਾ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਧਰਤੀ ਦੇ ਹੇਠਾਂ ਬਿਤਾਉਂਦਾ ਹੈ। ਸਾਡੇ ਘਰਾਂ ਦੀਆਂ ਕਿਆਰੀਆਂ ਅਤੇ ਗਮਲਿਆਂ ਵਿੱਚ ਇਹ ਅਕਸਰ ਦੇਖਣ ਨੂੰ ਮਿਲਦਾ ਹੈ। ਖੇਤੀ ਕਰਨ ਵਾਲੇ ਕਿਸਾਨਾਂ ਦਾ ਇਸ ਨਾਲ ਰੋਜ਼ ਵਾਹ ਪੈਂਦਾ ਹੈ। ਫਸਲ ਦੀ ਗੋਡੀ ਕਰਨ ਅਤੇ ਪਾਣੀ ਦਾ ਨੱਕਾ ਬਦਲਣ ਸਮੇਂ ਇਹ ਅਕਸਰ ਖੁਰਪਿਆਂ ਤੇ ਕਹੀਆਂ ਦੀ ਭੇਟ ਚੜ੍ਹਦੇ ਰਹਿੰਦੇ ਨੇ। ਗਿੱਲੀ ਮਿੱਟੀ ਵਿੱਚ ਉਫਣੀ ਹੋਈ ਮਿੱਟੀ ਦੀ ਲੰਮੀ ਸੁਰੰਗ ਅਸੀਂ ਆਮ ਦੇਖਦੇ ਹਾਂ, ਜਿਸ ਨੂੰ ਇਹੀ ਬਿੰਡੇ ਬਣਾਉਂਦੇ ਨੇ। ਮੀਂਹ ਪੈਣ ਅਤੇ ਪਾਣੀ ਲਾਉਣ ਸਮੇਂ ਇਹ ਧਰਤੀ ਵਿੱਚੋਂ ਨਿਕਲ ਕੇ ਪਾਣੀ ਦੀ ਸਤਹ 'ਤੇ ਤੈਰਦੇ ਦੇਖੇ ਜਾ ਸਕਦੇ ਨੇ। ਮੀਂਹ ਵਾਲੇ ਦਿਨਾਂ ਵਿੱਚ ਰਾਤ ਸਮੇਂ ਇਹਨਾਂ ਦੀ ਤਿੱਖੀ ਟੀ 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 ਕਈ ਵਾਰ ਮਨ ਨੂੰ ਕਾਹਲੇ ਪੈਣ ਲਾ ਦਿੰਦੀ ਹੈ। ਥੋੜਾ ਖੜਕਾ ਕਰੀਏ ਤਾਂ ਇਹ ਟੀ 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 ਕਰਨੋਂ ਹਟ ਜਾਂਦੇ ਨੇ, ਪਰ ਮਿੰਟ ਕੁ ਬਾਅਦ ਫੇਰ ਆਪਣਾ ਉਹੀ ਰਾਗ ਅਲਾਪਣ ਲੱਗ ਜਾਂਦੇ ਨੇ। ਇਹਨਾਂ ਦੇ ਸਾਰੇ ਸਰੀਰ ਉੱਤੇ ਛੋਟੇ ਛੋਟੇ ਮਖਮਲੀ ਬਰੀਕ ਵਾਲ ਹੁੰਦੇ ਨੇ, ਪਰ ਧੜ ਦੇ ਪਹਿਲੇ ਹਿੱਸੇ ਦੀ ਪਿੱਠ ਉੱਤੇ ਵੱਡਾ ਸਾਰਾ ਚਮਕਦਾਰ ਕਵਚ ਜਿਹਾ ਹੁੰਦਾ ਹੈ। ਇਹਨਾਂ ਦੇ ਸਿਰ ਦੇ ਪਾਸਿਆਂ ਉੱਤੇ ਗੋਲ ਗੋਲ ਮੋਟੀਆਂ ਅੱਖਾਂ ਹੁੰਦੀਆਂ ਹਨ, ਪਰ ਇਹਨਾਂ ਦੀਆਂ ਟੋਹਣੀਆਂ ਆਮ ਟਿੱਡੀਆਂ ਨਾਲੋਂ ਕਾਫੀ ਛੋਟੀਆਂ ਹੁੰਦੀਆਂ ਨੇ। ਪਿਛਲੀਆਂ ਲੱਤਾਂ ਦੇ ਦੋ ਜੋੜੇ ਤਾਂ ਸਧਾਰਨ ਜਿਹੇ ਹੁੰਦੇ ਹਨ, ਜਿਸ ਕਰਕੇ ਇਹ ਆਮ ਘਰੇਲੂ ਟਿੱਡੀਆਂ ਵਾਂਗ ਛਾਲਾਂ ਵੀ ਨਹੀਂ ਮਾਰ ਸਕਦੇ, ਪਰ ਦੌੜ ਬਹੁਤ ਫੁਰਤੀ ਨਾਲ ਲੈਂਦੇ ਨੇ। ਇਹਨਾਂ ਦੀਆਂ ਲੱਤਾਂ ਦਾ ਪਹਿਲਾ ਜੋੜਾ ਤਾਂ ਕਮਾਲ ਦਾ ਹੁੰਦਾ ਹੈ। ਇਹਨਾਂ ਦੀਆਂ ਲੱਤਾਂ ਕ੍ਰਿਕਟ ਖੇਡਣ ਵਾਲੇ ਵਿਕਟ ਕੀਪਰ ਦੇ ਦਸਤਾਨੇ ਵਾਂਗ ਚਪਟੀਆਂ ਹੁੰਦੀਆਂ ਨੇ ਅਤੇ ਇਹਨਾਂ ਉੱਤੇ ਬਹੁਤ ਸਖਤ ਉਂਗਲਾਂ ਜਿਹੀਆਂ ਵੀ ਲੱਗੀਆਂ ਹੁੰਦੀਆਂ ਨੇ। ਇਹ ਲੱਤਾਂ ਸਰੀਰ ਤੋਂ ਪਾਸੇ ਨੂੰ ਨਿਕਲੀਆਂ ਹੁੰਦੀਆਂ ਨੇ ਅਤੇ ਪਾਸੇ ਵੱਲ ਨੂੰ ਮੁੜ ਵੀ ਸਕਦੀਆਂ ਨੇ। ਇਸ ਲਈ ਬਿੰਡੇ ਪਹਿਲਾਂ ਆਪਣੀਆਂ ਸਖਤ ਉਂਗਲਾਂ ਦੇ ਨਾਲ ਜ਼ਮੀਨ ਖਰੋਚ ਲੈਂਦੇ ਨੇ, ਫਿਰ ਹਥੇਲੀ ਵਰਗੀ ਚੌੜੀ ਥਾਂ ਨਾਲ ਉਸ ਨੂੰ ਪਾਸਿਆਂ ਵੱਲ ਸੁੱਟ ਦਿੰਦੇ ਨੇ। ਇਹਨਾਂ ਲੱਤਾਂ ਨਾਲ ਕੁਝ ਸਕਿੰਟਾਂ ਵਿੱਚ ਹੀ ਬਿੰਡੇ ਖੁੱਡ ਪੁੱਟ ਕੇ ਉਸ ਵਿੱਚ ਵੜ ਜਾਂਦੇ ਨੇ ਤੇ ਲੁਕ ਜਾਂਦੇ ਨੇ। ਇਹ ਇਹਨਾਂ ਦੀਆਂ ਲੱਤਾਂ ਦਾ ਹੀ ਕਮਾਲ ਹੈ ਕਿ ਬਿੰਡੇ ਧਰਤੀ ਹੇਠਾਂ ਜੀਵਨ ਬਤੀਤ ਕਰ ਸਕਦੇ ਨੇ। ਇਸੇ ਲਈ ਲੱਤਾਂ ਇਹਨਾਂ ਦਾ ਸਭ ਤੋਂ ਮਹੱਤਵਪੂਰਨ ਅੰਗ ਹਨ। ਇੰਨਾ ਹੀ ਨਹੀਂ, ਲੋੜ ਪੈਣ 'ਤੇ ਇਹ ਲੱਤਾਂ ਨੂੰ ਚੱਪੂਆਂ ਵਾਂਗ ਵੀ ਵਰਤ ਲੈਂਦੇ ਨੇ ਅਤੇ ਥੋੜ੍ਹੇ ਬਹੁਤ ਪਾਣੀ ਵਿੱਚ ਤਰ ਲੈਂਦੇ ਨੇ।
ਦੂਜੇ ਬਿੰਡਿਆਂ ਦੀ ਟੀ 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 ਸੁਣਨ ਅਤੇ ਬਾਹਰਲੀ ਬਿੜਕ ਰੱਖਣ ਲਈ ਛੋਟੇ-ਛੋਟੇ ਅੰਡਾਕਾਰ ਕੰਨ ਵੀ ਇਹਨਾਂ ਦੀਆਂ ਲੱਤਾਂ ਦੀਆਂ ਪਿੰਜਣੀਆਂ ਦੇ ਬਾਹਰਲੇ ਉੱਪਰਲੇ ਸਿਰੇ ਤੇ ਲੱਗੇ ਹੁੰਦੇ ਨੇ, ਜਿਨ੍ਹਾਂ ਨੂੰ ਟਿੰਪੈਨਮ ਕਹਿੰਦੇ ਨੇ। ਬਿੰਡਿਆਂ ਦੇ ਖੰਭ ਪੂਰੇ ਸਰੀਰ ਨੂੰ ਨਹੀਂ ਢੱਕਦੇ ਅਤੇ ਖੰਭਾਂ ਦਾ ਪਹਿਲਾ ਜੋੜਾ ਘੱਟ ਚੌੜਾ ਅਤੇ ਸਖਤ ਹੁੰਦਾ ਹੈ। ਇਸ ਤਰ੍ਹਾਂ ਦੇ ਖੰਭਾਂ ਦੇ ਜੋੜੇ ਨੂੰ ਟੈਗਮਿਨਾ ਕਹਿੰਦੇ ਨੇ। ਖੰਭਾਂ ਦਾ ਪਿਛਲਾ ਜੋੜਾ ਜ਼ਿਆਦਾ ਫੈਲਾਊ ਵਾਲਾ ਅਤੇ ਬਰੀਕ ਹੁੰਦਾ ਹੈ ਅਤੇ ਆਮ ਕਰਕੇ ਲੰਮੇ ਰੁੱਖ ਤਹਿ ਲਗਾ ਕੇ ਪਹਿਲੇ ਜੋੜੇ ਦੇ ਥੱਲੇ ਪਿਆ ਰਹਿੰਦਾ ਹੈ। ਇਹਨਾਂ ਖੰਭਾਂ ਨਾਲ ਇਹ ਉਡਾਰੀ ਵੀ ਮਾਰ ਸਕਦੇ ਨੇ। ਬਾਲਗ ਬਿੰਡੇ ਮੇਲ ਦੇ ਮੌਸਮ ਵਿੱਚ 8 ਕਿਲੋਮੀਟਰ ਤੱਕ ਵੀ ਉੱਡ ਸਕਦੇ ਨੇ। ਅਸੀਂ ਹੈਰਾਨ ਹੁੰਦੇ ਹਾਂ ਕਿ ਨਿੱਕੀ ਜਿਹੀ ਟਿੱਡੀ ਇੰਨਾ ਉੱਚੀ ਰੌਲਾ ਕਿਵੇਂ ਪਾ ਲੈਂਦੀ ਹੈ। ਅਸਲ ਵਿੱਚ ਬਿੰਡਿਆਂ ਦੇ ਖੱਬੇ ਪਾਸੇ ਦੇ ਟੈਗਮਿਨਾ ਦੀ ਇੱਕ ਨਾੜੀ ਖਾਸੀ ਮੋਟੀ, ਸਖਤ ਅਤੇ ਦੰਦਿਆਂ ਵਾਲੀ ਆਰੀ ਵਰਗੀ ਹੁੰਦੀ ਹੈ। ਇਸ ਆਰੀ ਨੂੰ ਸੱਜੇ ਪਾਸੇ ਦੇ ਟੈਗਮਿਨਾ ਉੱਤੇ ਲੱਗੇ ਇੱਕ ਕਿੱਲ ਨਾਲ ਰਗੜਨ ਦੇ ਨਾਲ ਆਵਾਜ਼ ਪੈਦਾ ਹੁੰਦੀ ਹੈ। ਆਰੀ ਦੇ ਦੰਦਿਆਂ ਦੀ ਗਿਣਤੀ ਅਤੇ ਕਿਸ ਰਫ਼ਤਾਰ ਨਾਲ ਆਰੀ ਨੂੰ ਰਗੜਿਆ ਜਾਂਦਾ ਹੈ, ਉਸ ਉੱਤੇ ਨਿਰਭਰ ਕਰਦਾ ਹੈ ਕਿ ਆਵਾਜ਼ ਕਿੰਨੀ ਉੱਚੀ ਨਿਕਲਣੀ ਹੈ। ਇਹ ਰੇਜ਼ੋਨੈਂਸ ਅਤੇ ਐਂਪਲੀਫਿਕੇਸ਼ਨ ਦੇ ਨਿਯਮ ਅਪਣਾ ਕੇ ਆਪਣੀ ਟੀ 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 ਦੀ ਆਵਾਜ਼ ਨੂੰ ਕਈ ਸੌ ਗੁਣਾ ਉੱਚਾ ਕਰ ਲੈਂਦੇ ਨੇ। ਇਹ ਬਿੰਡੇ ਸਿਰ ਆਪਣੀ ਖੁੱਡ ਵਿੱਚ ਤੇ ਪੂਛ ਬਾਹਰ ਰੱਖ ਕੇ ਆਵਾਜ਼ ਕੱਢਦੇ ਨੇ। ਇਹਨਾਂ ਦੇ ਖੰਭਾਂ ਹੇਠਾਂ ਧੜ ਦੇ ਉਤਲੇ ਹਿੱਸੇ ਵਿੱਚ ਇੱਕ ਹਵਾ ਦੀ ਥੈਲੀ ਹੁੰਦੀ ਏ ਜੋ ਢੋਲ ਦਾ ਕੰਮ ਕਰਦੀ ਏ। ਇਸ ਦੇ ਨਾਲ ਹੀ ਇਹ ਆਪਣੀ ਪੂਛ ਨੂੰ ਵੀ ਆਪਣੀ ਸੁਰੰਗ ਦੀ ਛੱਤ ਨੂੰ ਲਗਾਉਂਦੇ ਨੇ, ਜਿਸ ਨਾਲ ਆਵਾਜ਼ ਹੋਰ ਕੰਨ ਪਾੜਵੀਂ ਬਣ ਜਾਂਦੀ ਹੈ। ਅਸਲ ਵਿੱਚ ਨਰ ਬਿੰਡੇ ਉੱਚੀ ਆਵਾਜ਼ ਵਿੱਚ ਬੋਲ ਕੇ ਦੂਰ ਤੱਕ ਰਹਿੰਦੀਆਂ ਮਾਦਾ ਨੂੰ ਘਰ ਵਸਾਉਣ ਲਈ ਸੱਦਾ ਦੇ ਰਹੇ ਹੁੰਦੇ ਨੇ। ਇਹਨਾਂ ਆਵਾਜ਼ਾਂ ਨਾਲ ਇਹ ਕਈ ਵਾਰ ਮਾਦਾ ਨੂੰ 8-8 ਮੀਲਾਂ ਤੋਂ ਵੀ ਸੱਦ ਲੈਂਦੇ ਨੇ। ਬਿੰਡੇ ਪੱਕੀਆਂ ਸੁਰੰਗਾਂ ਜਾਂ ਖੁੱਡਾਂ ਵਿੱਚ ਰਹਿੰਦੇ ਨੇ ਅਤੇ ਬਰਸਾਤ ਦੇ ਮੌਸਮ ਵਿੱਚ ਸ਼ਾਮ ਵੇਲੇ ਕੋਈ ਅੱਧੇ ਘੰਟੇ ਲਈ ਹੀ ਨਰ ਬਿੰਡੇ ਟੀ 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 ਕਰਦੇ ਨੇ ਅਤੇ ਆਪਣੀਆਂ ਸਾਥਣਾਂ ਨੂੰ ਬੁਲਾਉਂਦੇ ਨੇ। ਮਾਦਾ ਨਰ ਕੋਲ ਆ ਕੇ ਪਹਿਲਾਂ ਉਸ ਦੀ ਖੁੱਡ ਦਾ ਮੁਆਇਨਾ ਕਰਦੀ ਏ। ਪਸੰਦ ਆਉਣ 'ਤੇ ਸਹਿਵਾਸ ਮਗਰੋਂ ਨਰ ਨੂੰ ਹੀ ਧੱਕੇ ਮਾਰ ਕੇ ਖੁੱਡ ਵਿੱਚੋਂ ਬਾਹਰ ਕੱਢ ਦਿੰਦੀ ਏ ਅਤੇ ਆਪ ਖੁੱਡ ਨੂੰ ਮੱਲ ਲੈਂਦੀ ਆ। ਮਾਦਾ ਟਿੱਡੀਆਂ ਬਾਕੀ ਟਿੱਡੀਆਂ ਦੇ ਵਾਂਗ ਇਹਨਾਂ ਮਾਦਾ ਟਿੱਡੀਆਂ ਦੇ ਕੋਲੇ ਤਲਵਾਰ ਵਰਗਾ ਅੰਡੇ ਦੇਣ ਦਾ ਅੰਗ ਨਹੀਂ ਹੁੰਦਾ, ਕਿਉਂਕਿ ਇਹਨਾਂ ਨੇ ਅੰਡੇ ਦੇਣ ਦੇ ਲਈ ਜ਼ਮੀਨ ਦੇ ਵਿੱਚ ਜਾਂ ਗਲੇ ਸੜੇ ਪੱਤਿਆਂ ਦੇ ਵਿੱਚ ਮੋਰੀ ਨਹੀਂ ਕਰਨੀ ਹੁੰਦੀ। ਇਹ ਬਣੀ ਬਣਾਈ ਖੁੱਡ ਦੇ ਵਿੱਚ 200 ਤੋਂ 300 ਤੱਕ ਅੰਡੇ ਦਿੰਦੀਆਂ ਨੇ, ਪਰ ਬਾਅਦ ਵਿੱਚ ਕਈ ਦਿਨਾਂ ਤੱਕ ਆਪਣੇ ਇਹਨਾਂ ਅੰਡਿਆਂ ਦੀ ਰਾਖੀ ਵੀ ਕਰਦੀਆਂ ਨੇ। ਬਿੰਡਿਆਂ ਦੇ ਖਾਣੇ ਵਿੱਚ ਪੌਦਿਆਂ ਦੀਆਂ ਜੜ੍ਹਾਂ, ਗਲੇ ਸੜੇ ਪੱਤੇ, ਸੁੰਡੀਆਂ, ਸਲੱਗ, ਗੰਡੋਏ ਵਗੈਰਾ ਹੁੰਦੇ ਨੇ। ਜੇ ਇਹਨਾਂ ਦੀ ਗਿਣਤੀ ਵੱਧ ਜਾਵੇ ਤਾਂ ਬਗੀਚਿਆਂ ਵਿੱਚ ਪੌਦਿਆਂ ਨੂੰ ਨੁਕਸਾਨ ਵੀ ਕਰ ਦਿੰਦੇ ਨੇ। ਇਹ ਅਤੇ ਇਹਨਾਂ ਦੇ ਬੱਚੇ ਜੋ ਦੇਖਣ ਨੂੰ ਇਹਨਾਂ ਵਰਗੇ ਹੀ ਹੁੰਦੇ ਨੇ, ਬਸ ਉਹਨਾਂ ਦੇ ਖੰਭ ਨਹੀਂ ਹੁੰਦੇ, ਦੋਵੇਂ ਬੜੇ ਭੁੱਖੜ ਹੁੰਦੇ ਨੇ। ਇਹਨਾਂ ਦਾ ਤਾਂ ਢਿੱਡ ਹੀ ਨਹੀਂ ਭਰਦਾ। ਇਹ ਸੁਰੰਗ ਪੁੱਟੀ ਜਾਂਦੇ ਨੇ ਤੇ ਪੌਦਿਆਂ ਦੀਆਂ ਜੜ੍ਹਾਂ ਖਾਂਦੇ ਅੱਗੇ ਤੁਰੀ ਜਾਂਦੇ ਨੇ। ਇਸ ਤਰ੍ਹਾਂ ਇਹਨਾਂ ਦੀਆਂ ਸੁਰੰਗਾਂ ਕਈ ਵਾਰ 1 ਮੀਟਰ ਤੱਕ ਡੂੰਘੀਆਂ ਚਲੀਆਂ ਜਾਂਦੀਆਂ ਨੇ। ਦੇਖਣ ਨੂੰ ਬੇਸ਼ੱਕ ਇਹ ਬੜੇ ਭੈੜੇ ਅਤੇ ਖਤਰਨਾਕ ਲੱਗਦੇ ਨੇ, ਪਰ ਬਿੰਡੇ ਕਿਸੇ ਨੂੰ ਦੰਦੀ ਨਹੀਂ ਵੱਢਦੇ ਅਤੇ ਬਹੁਤ ਸਾਰੇ ਜਾਨਵਰਾਂ ਦਾ ਖਾਣਾ ਵੀ ਬਣਦੇ ਨੇ। ਇੱਥੋਂ ਤੱਕ ਕਿ ਕਈ ਦੇਸ਼ਾਂ ਵਿੱਚ ਇਨਸਾਨ ਵੀ ਇਹਨਾਂ ਨੂੰ ਭੁੰਨ ਕੇ ਜਾਂ ਤਲ ਕੇ ਖਾਂਦੇ ਨੇ। ਵਾਤਾਵਰਣ ਦੀ ਤੰਦਰੁਸਤੀ ਜਾਂਚਣ ਵਿੱਚ ਕੰਮ ਆਉਣ ਵਾਲੇ ਜਾਨਵਰਾਂ ਜਾਂ ਪੌਦਿਆਂ ਨੂੰ ਬਾਇਓ ਇੰਡੀਕੇਟਰ ਕਹਿੰਦੇ ਨੇ ਅਤੇ ਬਿੰਡੇ ਇਸ ਕੰਮ ਆਉਂਦੇ ਨੇ।
ਸੋ ਇਹ ਬਿੰਡੇ ਵੀ ਧਰਤੀ ਲਈ ਫਾਇਦੇਮੰਦ ਬਾਇਓ ਇੰਡੀਕੇਟਰ ਹਨ। ਪੰਜਾਬੀ ਲੋਕਧਾਰਾ ਵਿੱਚ ਬਿੰਡੇ ਦਾ ਕਾਫੀ ਜ਼ਿਕਰ ਮਿਲਦਾ ਹੈ। ਬਾਬੂ ਰਜਬ ਅਲੀ ਨੇ ਆਪਣੀ ਕਵਿਤਾ ਵਿੱਚ ਬਿੰਡੇ ਨੂੰ ਡੰਡ ਪਾਉਣ ਵਾਲੇ ਜੀਵਾਂ ਵਿੱਚ ਗਿਣਿਆ ਹੈ। ਪਹਿਰੀਦਾਰ, ਰਾਖਾ, ਬਿੰਡਾ, ਬਾਲ, ਕੁੱਤਾ ਅਤੇ ਕਾਗਲਾ ਪਾਉਣਗੇ ਡੰਡ ਛੀਏ, ਵਾਲਦੈਨ, ਹਕੀਮ ਤੇ ਨਾਰ ਨੌਕਰ, ਮਿੱਤਰ ਪੀਰ ਦੁੱਖ ਲੈਣਗੇ ਵੰਡ ਛੀਏ, ਸ਼ੇਰ ਸੂਰਮਾ ਨਾਗ ਸੰਸਾਰ ਬਿੱਛੂ, ਬਾਜ ਹਰਖ ਕੇ ਕਰਨ ਨਾ ਕੰਡ ਛੀਏ। ਇਸੇ ਤਰ੍ਹਾਂ ਇੱਕ ਹੋਰ ਮੁਟਿਆਰ ਦੇ ਬੋਲ ਨੇ, ਬਾਗਾਂ ਦੇ ਵਿੱਚ ਕੋਇਲ ਬੋਲਦੀ, ਰੜੇ ਬੋਲਦਾ ਬਿੰਡਾ, ਬੁੱਜੜ ਦੀ ਮਿਹਨਤ ਕਰਾਂ ਪੇਕੀ ਜਾਣ ਨਾ ਦਿੰਦਾ। ਇੱਕ ਮੁਟਿਆਰ ਆਪਣੇ ਰੁੱਸੇ ਪਤੀ ਨੂੰ ਰੋਸੇ ਦਾ ਕਾਰਨ ਪੁੱਛਦੀ ਹੈ। ਵਣ ਵਿੱਚ ਬੋਲੇ ਕੋਚਰੀ, ਕੋਈ ਸਣ ਵਿੱਚ ਬੋਲੇ ਬਿੰਡਾ, ਤੂੰ ਦਿਲ ਦੀ ਘੁੰਡੀ ਖੋਲ ਪਾਪੀਆ, ਗਾਲਾਂ ਕਾਹਨੂੰ ਦਿੰਦਾ। ਵਣ ਵਿੱਚ ਬੋਲੇ ਕੋਚਰੀ, ਕੋਈ ਸਣ ਵਿੱਚ ਬੋਲੇ ਬਿੰਡਾ ਰੇ, ਵਣ ਵਿੱਚ ਬੋਲੇ ਕੋਚਰੀ, ਕੋਈ ਸਣ ਵਿੱਚ ਬੋਲੇ ਬਿੰਡਾ, ਵੇ ਤੂੰ ਦਿਲ ਦੀ ਘੁੰਡੀ ਖੋਲ ਪਾਪੀਆ, ਗਾਲਾਂ ਕਾਹਨੂੰ ਦਿੰਦਾ, ਵੇ ਤੂੰ ਦਿਲ ਦੀ ਘੁੰਡੀ ਖੋਲ ਪਾਪੀਆ, ਗਾਲਾਂ ਕਾਹਨੂੰ ਦਿੰਦਾ। ਇਸ ਤਰ੍ਹਾਂ ਸਾਡੇ ਨੇੜੇ ਨੇੜੇ ਵਸਣ ਵਾਲਾ ਬਿੰਡਾ ਵੀ ਸਾਡਾ ਆਪਣਾ ਹੀ ਹੈ। ਵੇ ਤੂੰ ਦਿਲ ਦੀ